श्री वाहिगुरु जी। एक ओंकार सतनाम करता पुरख
सतगुरु जी महाराज के चरणों के विच अरदास हो गई है तो भोग उपरंत भी की जाएगी कि ये सच्चे पातशाह गुरबाणी की मध तक कथा आपकी कृपा के नाल पहुंची है। निर्विघ्न मध तक आई है। कथा करनिया अर्थों की व्याख्या करदिया होया जो अखर आप जी ने लिखे हुए हैं उन्होंने अगे पिछे करना पिया है ਜਾਂ ਵਿਚਕਾਰ कई बार बोलन ਦੇ ਵਿੱਚ गलती हो जाती है कोई गुरमत तो उल्ट वचन बोलिया गया होवे आप कृपा करके माफ करना जी। ये मध्य तो लैके समाप्ति तक चढ़ती कला सहित इसी तरह ही निर्विघ्न कथा इस स्थान के संपूर्ण होवे जो इस स्थान के वलों प्रारंभ है। सो इसलिए अज हुण भावें लड़ी बार कथा नहीं होगी पर आप हाजरी तो लवानी है जो सतगुरु महाराज जी ने हुक्मनामा ये बख्शिश किया सी। आओ बड़े प्यार और सत्कार दे नाल गुरु महाराज जी की जो श्री मुखवाक की कथा है श्रद्धा संयुक्त होके श्रवण करके लाभ प्राप्त करो जी। एक बार आप रसना की पवित्रता नहीं कह दो सतनाम श्री वाहिगुरु जी। सतनाम श्री साहिब जियो। सलोक महला तीजा। कन हर बूंद बसुरु मावल कुसुम बसंत गनंत न आवे। रब सस किरण उदर सागर को गंग तरंग अंत को पावे। रुद्र ध्यान ज्ञान सदगुर के कब जन भल उन्हें जो गावे। भले अमरदास गुण तेरे तेरी उपमा तो ही बन आवे। ऐसी दीन दयाल तीजे पातशाह सतगुरु अमरदास जी महाराज बदलों दियां बूंदा गिरनियां असंभव हैं पर अजकल साइंस का युग है। कितने दिन पहले दस देंगे ने कि अज मौसम साफ रहेगा अज मीह बरसेगा। यहो लोग कुछ भी दस सकते हैं। बदलों दियां बूंदा तो भावें कोई गिन लवे तो गिन ही लवे। जो धरती के उपर रोमावल फुल बूटे वनस्पति उत्पन्न होती है यदि कोई गिनती नहीं कर सकता पर जे कोई सियाना गिनती कर लवे तो भावें कर ही लवे। कुसुम बसंत गनंत न आवे। बसंत रुत दे विच किन्ने फुल खिड़दे ने यदि भी कोई गिनती नहीं है पर सियाना बंदा गिन लवे तो भावें गिन ही लवे। रब सस किरण उदर सागर को रब कहते ने सूरज नूं सस कहते ने चंद्रमा नूं। इन्हां दीयां किरणां गिननियां असंभव हन। भावें सियाना कोई गिन लवे तो गिन ही लवे। उधर सागर को जो सागर समुद्र का पेट है वो मापिया नहीं जाता। भाव समुद्र कितना डूंगा है कितना चौड़ा है कोई कुछ नहीं कह सकता। ये भी सुनने में आया है कि श्री हेमकुंड साहब
ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਤਪ ਕੀਤਾ, ਸਤਿ ਯੁਗ ਤੋਂ ਲੈ ਕੇ ਕਲ ਯੁਗ ਤੱਕ ਸਮਾਧੀ ਲਾਈ। ਕਹਿੰਦੇ ਪੂਰੇ ਆਏ ਸੀ, ਉਹਨਾਂ ਨੇ ਕੋਈ ਆਪਣਾ ਮੈਜ਼ਰਮੈਂਟ ਇੰਸਟਰੂਮੈਂਟ ਲਿਆਂਦਾ ਕਿ ਸਰੋਵਰ ਦੀ ਡੂੰਘਾਈ ਨੂੰ ਨਾਪਿਆ ਜਾਵੇ। ਉਹ ਜਿਹੜੀ ਡੂੰਘਾਈ ਹੈ ਇਹਦੇ ਹੇਠਲੇ ਪਾਣੀ ਨਾਲ ਮਿਲੀ ਹੋਈ ਹੈ। ਉਹਨਾਂ ਦਾ ਜੋ ਫੀਤਾ ਸੀਗਾ ਮਿਣਤੀ ਗਿਣਤੀ ਵਾਲਾ, ਉਹ ਕਹਿੰਦੇ ਸਮਾਪਤ ਹੋ ਗਿਆ। ਉਹ ਡੂੰਘਾਈ ਨੂੰ ਮਾਪ ਨਹੀਂ ਸਕੇ। ਸੋ ਇਸ ਤਰ੍ਹਾਂ ਜਿਹੜਾ ਸਮੁੰਦਰ ਹੈ ਉਹਦੇ ਬਾਰੇ ਕੋਈ ਕੁਝ ਨਹੀਂ ਜਾਣ ਸਕਦਾ। ਜਿਹੜੇ ਸ਼ਿਪ ਨੇ ਸਮੁੰਦਰੀ ਜਹਾਜ਼ ਹਨ ਉਹ ਸਮੁੰਦਰ ਦੇ ਵਿੱਚ ਚੱਲਦੇ ਨੇ ਕਿਨਾਰੇ ਕਿਨਾਰੇ ਤੇ, ਵਿਚਕਾਰ ਨਹੀਂ ਕੋਈ ਜਾਂਦਾ। ਬੰਦਰਗਾਹਾਂ ਦੇ ਨਾਲ ਉਹਨਾਂ ਦਾ ਸੰਪਰਕ ਰਹਿੰਦਾ ਹੈ। ਜੇ ਧਰਤੀ ਨਾਲ ਉਹ ਸੰਪਰਕ ਟੁੱਟ ਗਿਆ ਤਾਂ ਬਾਅਦ ਵਿੱਚ ਜ਼ਿੰਦਗੀ ਨਹੀਂ ਹੈ। ਇੱਕ ਟਾਈਟੈਨਿਕ ਨਾਮ ਦਾ ਜਹਾਜ਼ ਡੁੱਬ ਗਿਆ ਸੀ। ਸੋ ਇਸ ਵਾਸਤੇ ਇੰਨਾ ਸਮੁੰਦਰ ਅਥਾਹ ਹੈ, ਪਰ ਫਿਰ ਵੀ ਜੇ ਕੋਈ ਸਿਆਣਾ ਮਹਾਰਾਜ ਕਹਿੰਦੇ ਮਾਪਣਾ ਚਾਹੇ ਤਾਂ ਮਾਪ ਸਕਦਾ ਹੈ। ਦੁਨੀਆ ਦੇ ਅੱਗੇ ਰੱਬ ਖੜਾ ਹੈ, ਕੁਝ ਵੀ ਕਰ ਸਕਦੀ ਹੈ। ਇੱਕ ਰੱਬ ਨੂੰ ਹੀ ਪਾਉਣਾ ਔਖਾ ਹੈ, ਰੱਬ ਕੋਲ ਪਹੁੰਚਣਾ ਔਖਾ। ਬਾਕੀ ਸਭ ਸਾਥੀ ਸਾਥ ਹੈ ਜੋ ਕਹਦੇ। ਤੋ ਲੋਕਾਂ ਨੇ ਤਾਂ ਇੱਥੋਂ ਤੱਕ ਸੋਚਿਆ ਵੀ ਇੱਥੇ ਧਰਤੀ ਸਮਾਪਤ ਹੋ ਗਈ। ਆ ਵੇਖੋ ਫਲੈਟ ਹੀ ਫਲੈਟ ਬਣਦੇ ਜਾ ਰਹੇ ਨੇ। ਜਿੰਨੀ ਉਪਜਾਊ ਜ਼ਮੀਨ ਹੈ ਸਭਨਾਂ ਦੇ ਕੋਠੀਆਂ ਬਣ ਰਹੀਆਂ, ਫਲੈਟ ਬਣ ਰਹੇ ਨੇ। ਇੱਕ ਨਾ ਇੱਕ ਦਿਨ ਦਾ ਸਮਾਪਤੀ ਹੋਊਗੀ। ਇਹ ਗੋਰਿਆਂ ਨੇ ਤਾਂ ਡਿਸਾਈਡ ਕਰ ਲਿਆ ਵੀ ਚੁੱਕ ਕੇ ਚੰਦਰਮਾ ਦੇ ਸੁੱਟ ਦੇਣੀ ਧਰਤੀ। ਆਪਣੀ ਜਿੰਨੀ ਜਨਰੇਸ਼ਨ ਹੈ ਉਹ ਕਈਆਂ ਨੇ ਉੱਥੇ ਬੁਕਿੰਗ ਵੀ ਕਰਾ ਲਈ ਹੈ। ਇੱਥੋਂ ਤੱਕ ਲੋਕ ਪਹੁੰਚ ਗਏ ਹਨ। ਸੰਭਵ ਹੈ, ਸਮੁੰਦਰ ਨੂੰ ਮਾਪਿਆ ਜਾ ਸਕਦਾ ਹੈ। ਗੰਗਾ ਦੇ ਵਿੱਚੋਂ 999 ਨਦੀਆਂ ਨਿਕਲਦੀਆਂ ਹਨ ਤੇ ਉਹਨਾਂ ਦੀਆਂ ਲਹਿਰਾਂ ਕਿੰਨੀਆਂ ਉਤਪੰਨ ਹੁੰਦੀਆਂ ਹੋਣਗੀਆਂ, ਕੋਈ ਗਿਣਤੀ ਮਿਣਤੀ ਹਿਸਾਬ ਕਿਤਾਬ ਨਹੀਂ ਹੈ। ਕਹਿੰਦੇ ਭਾਗੀਰਥ ਤਪੈ ਆਣੀ। ਭਗੀਰਥ ਤਪਸਵੀ ਨੇ ਗੰਗਾ ਨੂੰ ਧਰਤੀ ਤੇ ਲਿਆਂਦਾ। ਜਦ ਬ੍ਰਹਮਾ ਨੇ ਵਿਸ਼ਨੂੰ ਨੇ ਬਾਮਣ ਅਵਤਾਰ ਧਾਰਿਆ ਬ੍ਰਹਮਣ ਦੇ ਰੂਪ ਦੇ ਵਿੱਚ, ਤਾਂ ਬ੍ਰਹਮਾ ਨੇ ਉਹਦੇ ਚਰਨ ਧੋ ਕੇ ਕਰਮੰਡਲ ਚ ਕਹਿੰਦੇ ਪਾ ਲਏ। ਤੇ ਜਿਸ ਵਕਤ ਕਰਮੰਡਲ ਚ ਪਾ ਲਏ ਤੇ ਇੱਧਰ ਧਰਤੀ ਦੇ ਉੱਪਰ ਇਹਨਾਂ ਤਪਸਵੀਆਂ ਦਾ ਫੁਰਨਾ ਹੋਇਆ ਭਗੀਰਥ ਵਰਗਿਆਂ ਦਾ ਕਿ ਜਿਹੜੇ ਮੇਰੇ ਪਿੱਤਰ ਨੇ ਉਹ ਬੇਗਤੇ ਹਨ, ਉਹਨਾਂ ਦੀ ਗਤੀ ਹੋਵੇ। ਤੇ ਉਹਨੇ ਬ੍ਰਹਮਾ ਦਾ ਤਪ ਕੀਤਾ, ਉਹ ਪ੍ਰਗਟ ਹੋਇਆ। ਕਹਿਣ ਲੱਗਾ ਮੇਰੀ ਗਤੀ ਕਰ ਆਪਣੇ ਪਿੱਤਰਾਂ ਦੀ। ਤੇ ਕਹਿੰਦਾ ਵੀ ਗੰਗਾ ਭੇਜ। ਉਹ ਕਹਿਣ ਲੱਗਾ ਵੀ ਗੰਗਾ ਨੂੰ ਸਾਂਭੂਗਾ ਕੌਣ? ਤੇ ਉਹ ਕਰ ਸਾਂਭਣ ਲਈ ਸ਼ਿਵ ਜੀ ਦਾ ਪ੍ਰਬੰਧ ਕਰ। ਫਿਰ ਉਹਨੇ ਸ਼ਿਵ ਜੀ ਦੀ ਤਪੱਸਿਆ ਕੀਤੀ। ਕਹਿੰਦੇ ਮਹਾਰਾਜ ਭੋਲੇਨਾਥ ਪ੍ਰਗਟ ਹੋਏ। ਹਾਂਜੀ ਦੱਸ ਕੀ ਚਾਹੁੰਦਾ? ਕਹਿੰਦਾ ਜੀ ਗੰਗਾ ਧਰਤੀ ਤੇ ਲਿਆਉਣੀ, ਇਹਨੂੰ ਸਾਂਭਣ ਦਾ ਪ੍ਰਬੰਧ ਕਰੋ, ਇਹਦੇ ਆਉਣ ਦੇ। ਉਹਨੇ ਆਪਣੀਆਂ ਜੜਾਵਾਂ ਇੰਨੀਆਂ ਫੈਲਾਈਆਂ ਕਿ ਜਦ ਗੰਗਾ ਉੱਪਰੋਂ ਬ੍ਰਹਮਾ ਨੇ ਕਰਮੰਡਲ ਦੇ ਵਿੱਚੋਂ ਭੇਜੀ ਚਰਨ ਗੰਗਾ ਬਾਮਣ ਅਵਤਾਰ ਦੀ, ਤੇ ਉਹਨੂੰ ਹਜ਼ਾਰਾਂ ਹੀ ਸਾਲ ਉਹਦੀਆਂ ਜੜਾਵਾਂ ਦੇ ਵਿੱਚੋਂ ਨਿਕਲਣ ਦਾ
ਰਾਹ ਹੀ ਨਹੀਂ ਮਿਲਿਆ। ਇੰਨੀਆਂ ਜੜਾਵਾਂ ਸ਼ਿਵ ਜੀ ਨੇ ਕਹਿੰਦੇ ਫੈਲਾ ਲਈਆਂ। ਇਹਨਾਂ ਮਹਾਰਾਜ ਵੀ ਤੁਹਾਨੂੰ ਤਾਂ ਖੁਸ਼ ਕੀਤਾ ਸੀ, ਇਹ ਗੰਗਾ ਧਰਤੀ ਤੇ ਲੈ ਕੇ ਆਉਣੀ, ਮੇਰੇ ਪਿਤਰਾਂ ਦਾ ਉਧਾਰ ਹੋਏਗਾ। ਤੁਸੀਂ ਨਾ ਜੜਾਵਾਂ ਨੂੰ ਬਾਹਰ ਨਹੀਂ ਆਉਣ ਦਿੱਤੀ। ਕਹਿੰਦੇ ਲੈ ਬਈ ਇੱਕ ਜੜਾ ਚੁੱਕੀ ਤੇ ਇੱਕ ਧਾਰ ਧਰਤੀ ਤੇ ਡੇਗ ਦਿੱਤੀ। ਜੇ ਸਾਰੀਆਂ ਚੁੱਕ ਦੇਵੇ ਫਿਰ ਤਾਂ ਧਰਤੀ ਰੋੜ ਦੇਵੇ। ਇੰਨਾ ਉਹਦਾ ਫਲੋ ਹੈ, ਇੰਨਾ ਉਹਦਾ ਤੇਜ਼ ਵਹਾਅ ਹੈ। ਜਿਹੜੇ ਸ੍ਰੀ ਹੇਮਕੁੰਟ ਸਾਹਿਬ ਗਏ ਹਨ ਉਹਨਾਂ ਨੂੰ ਪਤਾ ਹੋਏਗਾ ਕਿ ਜਦ ਉੱਪਰ ਤੋਂ ਜਲ ਆਉਂਦਾ ਹੈ ਇੰਨੀ ਤੇਜ਼ ਆਉਂਦਾ, ਇੰਨਾ ਖੜਕਾ ਆਉਂਦਾ ਹੈ ਕਿ ਜਿਸ ਤਰ੍ਹਾਂ ਕੋਈ ਮਸ਼ੀਨਰੀ ਬਹੁਤ ਤਗੜੀ ਚੱਲਦੀ ਹੋਵੇ। ਰਾਤ ਨੂੰ ਸੁੱਤੇ ਪਿਆਂ ਦਾ ਖੜਕਾ ਪਾਣੀ ਦਾ ਸੁਣ ਕੇ ਡਾਰੀ ਆਉਂਦਾ ਵੀ ਕੀ ਬਣ ਗਿਆ। ਪਾਣੀ ਦੇ ਨਾਲ ਹੀ ਵੇਖੋ ਭਾਗੜਾ ਟਾਈਮ ਤੇ ਟਰਬਾਈਨਾਂ ਚੱਲਦੀਆਂ ਨੇ, ਆਲਟਰਨੇਟਰ ਚੱਲਦੇ ਹਨ ਜਿਹੜੇ ਏਸੀ ਕਰੰਟ ਪੈਦਾ ਕਰਦੇ ਨੇ। ਪਿਛਲੇ ਟਾਈਮ ਦੇ ਪਾਣੀ ਦੇ ਨਾਲ ਹੀ ਘਰਾਟ ਚੱਲਦੇ ਹੁੰਦੇ ਨਹਿਰਾਂ ਦੇ ਉੱਪਰ। ਉੱਪਰੋਂ ਪਾਣੀ ਦਾ ਫਲਾਅ ਆਉਣਾ, ਉਹ ਫਲੋ ਦੇ ਨਾਲ ਹੀ ਘਰਾਟ ਚੱਲਦੇ ਸਨ। ਘਰਾਟਾਂ ਦੇ ਨਾਲ ਕਣਕ ਆਦਿਕ ਦਾ ਆਟਾ ਪੀਸਿਆ ਜਾਂਦਾ। ਅੱਜ ਕੱਲ੍ਹ ਵੀ ਅਨੰਦਪੁਰ ਸਾਹਿਬ ਵਾਲੇ ਪਾਸੇ ਜਿਹੜੇ ਲੋਕਾਂ ਦੇ ਉੱਪਰ ਘਰ ਹਨ ਉਹ ਆਪਣੇ ਘਰ ਦੀ ਬਿਜਲੀ ਆਪ ਹੀ ਪੈਦਾ ਕਰਦੇ ਨੇ ਪਾਣੀ ਤੋਂ। ਇਹਦਾ ਫਲੋ ਬੜਾ ਹੈ, ਗੰਗਾ ਬਾਰੇ ਤਾਂ ਬੜਾ ਪ੍ਰਸਿੱਧ ਹੈ। ਇਹਦੇ ਫਲੋ ਨੂੰ ਸ਼ਿਵ ਜੀ ਮਹਾਰਾਜ ਹੀ ਰੋਕ ਸਕਿਆ, ਨਹੀਂ ਤਾਂ ਸਭ ਦੁਨੀਆ ਰੋੜ ਕੱਤਣੀ ਸੀ। ਇੱਕੋ ਹੀ ਧਾਰ ਧਰਤੀ ਤੇ ਪੈਦਾ ਹੋਈ ਤੇ 999 ਧਾਰਾ ਹੋ ਕੇ ਵਗੀ। ਉਹਦੇ ਵਿੱਚੋਂ ਕਿੰਨੀਆਂ ਤਰੰਗਾਂ ਉੱਠਦੀਆਂ ਨੇ ਕੋਈ ਗਿਣਤੀ ਨਹੀਂ ਕਰ ਸਕਦਾ। ਗੰਗ ਤਰੰਗ ਅੰਤ ਕੋ ਪਾਵੇ, ਕੌਣ ਹੈ ਜਿਹੜਾ ਅੰਤ ਪਾ ਸਕਦਾ। ਪਰ ਫਿਰ ਵੀ ਕੋਈ ਸਿਆਣਾ ਬੰਦਾ ਪਾ ਲਵੇ ਤਾਂ ਪਾ ਹੀ ਲਵੇ, ਇਹ ਵੀ ਸੰਭਵ ਹੈ। ਰੁਦਰ ਧਿਆਨ ਗਿਆਨ ਸਤਿਗੁਰ ਕੇ शिव जी महाराज 88 हज़ार बरा कैलाश पर्वत ते चौंकड़ा मार के समाधि लाई बैठा रहता है। ਉਹਦੇ ਧਿਆਨ ਦਾ ਅੰਤ ਕੌਣ ਹੈ ਜਿਹੜਾ ਪਾ ਸਕਦਾ, ਨਹੀਂ ਕੋਈ ਪਾ ਸਕਦਾ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੰਭਵ ਹਨ, ਗਿਆਨ ਸਤਿਗੁਰ ਕੇ, ਸਤਿਗੁਰੂ ਜੀ ਦੇ ਗਿਆਨ ਦੇ ਨਾਲ ਇਹਨਾਂ ਦਾ ਥਾਂ ਪਾਇਆ ਜਾ ਸਕਦਾ। ਜਿਹਨੂੰ ਸਤਿਗੁਰੂ ਜੀ ਗਿਆਨ ਬਖਸ਼ ਦੇਣ, ਇਹਨਾਂ ਚੀਜ਼ਾਂ ਨੂੰ ਉਹ ਸਮੁੰਦਰ ਦੇ ਪੇਟ ਨੂੰ ਵੀ ਮਾਪ ਸਕਦਾ ਹੈ, ਉਹ ਬਨਸਪਤੀ ਦੀ ਰੁਮਾਵਲੀ ਨੂੰ ਵੀ ਗਿਣ ਸਕਦਾ ਹੈ, ਉਹ ਬਸੰਤ ਰੁੱਤ ਦੇ ਫੁੱਲਾਂ ਦੀ ਵੀ ਗਿਣਤੀ ਕਰ ਸਕਦਾ ਹੈ, ਉਹ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਨੂੰ ਵੀ ਗਿਣ ਸਕਦਾ ਹੈ, ਉਹ ਗੰਗਾ ਦੀਆਂ ਲਹਿਰਾਂ ਨੂੰ ਵੀ ਗਿਣ ਮਿਲ ਸਕਦਾ ਹੈ, ਉਹ ਸ਼ਿਵ ਜੀ ਦੀ ਸਮਾਧੀ ਬਾਰੇ ਵੀ ਸਮਝ ਲੈਂਦਾ ਹੈ। ਜਿਹਨੂੰ ਸਤਿਗੁਰੂ ਜੀ ਬ੍ਰਹਮ ਗਿਆਨ ਬਖਸ਼ ਦੇਣ, ਕਿਉਂਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸਤਿਗੁਰੂ ਦੇ ਬਖਸ਼ੇ ਗਿਆਨ ਦੁਆਰਾ ਤਾਂ ਇਹ ਸਭ ਕੁਝ ਸਮਝਿਆ ਜਾ ਸਕਦਾ ਹੈ। ਪਰ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਉਹੀ ਬਣ ਆਵੇ। ਇਹ ਭੱਲਿਆਂ ਦੀ ਕੁਲ ਦੇ ਵਿੱਚ ਪ੍ਰਗਟ ਹੋਏ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਜਿੰਨੇ ਤੇਰੇ ਵਿੱਚ ਗੁਣ ਹਨ ਉਹ ਕੋਈ ਹਿਸਾਬ ਨਹੀਂ ਲਾ ਸਕਦਾ, ਕੋਈ ਗਿਣ ਨਹੀਂ ਸਕਦਾ। ਤੇਰੀ ਉਪਮਾ ਤੈਨੂੰ ਹੀ ਬਣਾਉਂਦੀ ਹੈ। ਲੱਲਾ ਤਾਕੇ ਲਵੇ ਨਾ ਕੋ, ਇੱਕ ਆਪ ਅਬ ਨਹੀਂ ਹੋ। ਕਿਉਂਕਿ ਆਪ ਜੀ ਨੇ ਗਰੀਬਾਂ ਦੇ ਭਲੇ ਲਈ ਗੋਬਿੰਦਵਾਲ ਗੋਬਿੰਦਪੁਰੀ ਸਭ ਜਨਨ ਤੀਰ ਵਿਪਾਸ ਬਣਾਇਓ। ਸ੍ਰੀ ਗੋਬਿੰਦਵਾਲ ਗੋਬਿੰਦ ਦੀ ਪੁਰੀ ਸੱਚਖੰਡ ਦੀ ਤਰ੍ਹਾਂ ਜਲਨ ਭੱਟ ਜੀ ਕਹਿੰਦੇ ਨੇ ਬਿਆਸ ਦਰਿਆ ਦੇ ਕਿਨਾਰੇ ਤੇ ਆਪ ਜੀ ਨੇ ਵਸਾਇਆ। ਪਹਿਲਾਂ ਇੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਸੀਗਾ। ਗੋਂਦਾ ਖੱਤਰੀ ਨਗਰ ਵਸਾਉਣਾ ਚਾਹੁੰਦਾ ਸੀ, ਪਰ ਜਿਹਨੇ ਲੋਕ ਮਕਾਨ ਪਾਉਂਦੇ ਸਨ
ਰਾਤ ਨੂੰ ਭੂਤ ਨੇ ਢਾ ਦਿੰਦੇ ਸਨ। ਇਹ ਫਿਰ ਕੁੰਦਾ ਖੱਤਰੀ ਦੂਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਚਰਨੀ ਪਿਆ। ਇੰਦਰ ਜੀ ਆਪ ਚਰਨ ਪਾਓ, ਉੱਥੇ ਗੁਰਦੁਆਰਾ ਬਣਾਓ ਜੀ, ਉੱਥੇ ਆਸਣ ਲਾਓ, ਭੂਤਾਂ ਪ੍ਰੇਤਾਂ ਨੂੰ ਭਜਾਓ ਜੀ। ਮੈਂ ਝੂਠੀ ਸਹੁੰ ਖਾ ਕੇ ਪੰਚਾਇਤ ਦੇ ਵਿੱਚ ਸ਼ਰੀਕਾਂ ਤੋਂ ਮੁਕੱਦਮਾ ਜਿੱਤਿਆ, ਉਸ ਪਾਪ ਕਰਕੇ ਹੁਣ ਭੂਤ ਪ੍ਰੇਤ ਉੱਥੇ ਰਹਿਣ ਨਹੀਂ ਦਿੰਦੇ। ਸਤਿਗੁਰੂ ਜੀ ਕਹਿੰਦੇ ਇਹ ਸਾਡਾ ਤਾਂ ਜਾਣਾ ਅਸੰਭਵ ਹੈ, ਕਿਉਂਕਿ ਬੇਅੰਤ ਸੰਗਤਾਂ ਤੇ ਆਉਂਦੀਆਂ ਨੇ। ਫਿਰ ਆਪਣੇ ਸਾਹਿਬਜ਼ਾਦੇ ਨੂੰ ਭੇਜ ਦਿਓ ਜੀ। ਤਾਂ ਦੂਜੇ ਪਾਤਸ਼ਾਹ ਜੀ ਨੇ ਨਾਲੇ ਤਾਂ ਵਰਤਾ ਗੱਦੀ ਦੀ ਪਰਖ ਕੀਤੀ, ਬਾਬਾ ਦਾਸੂ ਤੇ ਬਾਬਾ ਦਾਤੂ ਜੀ ਨੂੰ ਆਗਿਆ ਕੀਤੀ, ਉਹਨਾਂ ਨਾ ਕਰ ਦਿੱਤੀ। ਫਿਰ ਤੀਸਰੇ ਪਾਤਸ਼ਾਹ ਜੀ ਨੂੰ ਕੇਵਲ ਇਸ਼ਾਰਾ ਹੀ ਕੀਤਾ ਤਾਂ ਝਟਪਟ ਜਾਣ ਲਈ ਤਿਆਰ ਹੋ ਗਏ। ਬੇਨਤੀ ਕੀਤੀ ਕਿ हे ਮਹਾਰਾਜ, मेरे पास का कोई शक्ति आदि नहीं है। सतगुरु जी कहते आप फुल्लां वाली छड़ी लै जा, सतनाम वाहिगुरु कह के जितनों घुमा देगा, केवल दर्शन ही करा देगा, तो भूत प्रेत दौड़ जाएंगे, मारन की लोड़ नहीं पड़ेगी। सो आप जी ने अनेकों ही प्राणियों को अपनी कृपा दृष्टि नाल निहाल किया। इस गोइंदवाल साहब की धरती से चरण पा के भूतां प्रेतां को मुक्त कराया। इत्थे ही सिक्खी के प्रचार का केंद्र बनाया। 22 सिखां नूं ब्रह्म ज्ञान ते महान करामातां बख्श के 22 मंजियां बख्शियां, जिन्होंने सिख धर्म का बहुत भारी प्रचार किया। इस्तरी जाति का सत्कार करते हैं। सिक्खी के प्रचार लिए बीबियां को पिछे नहीं रहन दिता। माइया बीबियां 72 पीढ़े बख्शे। बहुत सारे तीर्थों से जाके तीर्थ उद्यम सतगुर किया, सब लोग उदरनार्थ। तीर्थ यात्रा के बहाने आप जी ने भुले हुए लोगों को सीधे रस्ते पाया। अकबर वर्गे राजे भी हे महाराज आप जी के दर के उपर सलामा करते देखे गए। और जिमें श्री गुरु नानक देव जी के कोलों बाबर ने राज की भीख मंगी, श्री गुरु अंगद देव जी के पासों हुमायूं ने भीख मंगी, इंज ही अकबर ने भी अपने राज की सलामती की भीख गुरु साहब के पासों मंगी। तो सतगुरु ने उहदे कोलों 3 वचन कराए कि सदी की प्रथा बंद करनी है, गरीब किसानों का कर्जा माफ करना है, ते स्त्री जाति का सत्कार करना है, किसी भी हिंदू धी भैन का डोला जबरदस्ती नहीं लिया है। क्योंकि चित्तौड़गढ़ के हुणे हुणे एक नौजवान बीबी महला तो लेके चढ़ाई की थी, सिर्फ तेरे कारण इंज अकबर को सुधारिया, भुले हुए लोगों को सीधे रस्ते पाया। फिर आप जी ने महान परोपकारी किया। ये श्री गोविंदवाल साहब सिक्खी का सब तो पहला तीर्थ बनाया। भाव के पहला कोई सरोवर कोई बौड़ी साहब आदि नहीं सी जिहदे विच गुरसिख इशनान कर सकन। सब तो पहला तीर्थ श्री गुरु अमरदास जी ने बौड़ी साहब बनवाई और उहदियां 84 पौड़ियां गिण के ये वर दिता कि जो भी प्राणी 84 पौड़ियां वाली इस पावन बौड़ी साहब दे विच श्रद्धा भावना नाल हर बार सने केसी इशनान करके हर पौड़ी के उपर बैठ के या खड़ के एक एक श्री जपजी साहब का पाठ एकाग्र मन नाल करेगा। यानी 84 बार केसी इशनान ते 84 पौड़ियां दे 84 श्री जपजी साहब के पाठ
ਤੇ ਅੰਤਲੀ ਪੌੜੀ ਦੇ ਨਾਲ ਹੀ ਆਨੰਦ ਸਾਹਿਬ ਪੜ੍ਹ ਕੇ ਟੁੱਬਾ ਲਾ ਕੇ ਅਰਦਾਸ ਕਰਨੀ, ਫਿਰ ਪ੍ਰਸ਼ਾਦ ਕਰਾਉਣਾ, ਤਾਂ ਉਹਦੀ 84 ਖੱਟੀ ਜਾਏਗੀ, ਉਹ ਮੁਕਤ ਹੋ ਜਾਵੇਗਾ। ਇਹ ਐਸਾ ਇਹ ਸਤਿਗੁਰੂ ਮਹਾਰਾਜ ਆਪ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਹੈ। ਜਿਹੜੀ ਲక్ష్ਮੀ ਹੈ, ਮਾਇਆ ਹੈ, ਇਹ ਆਪ ਜੀ ਦੇ ਚਰਨ ਕਮਲਾਂ ਦੇ ਪਾਸ ਸੱਜੇ ਹੱਥ ਜੋੜ ਕੇ ਖੜੀ ਰਹਿੰਦੀ ਹੈ, ਪਰ ਆਪ ਅੰਗੀਕਾਰ ਨਹੀਂ ਕਰਦੇ। ਬਾਹਰ ਜੋ ਕਰਦਾ ਹੈ ਦਾहिने ਪਾਸੇ ਬਾਰਜ ਲక్ష్ਮੀ ਖੜੀ ਰਹਿੰਦੀ ਹੈ। ਇੰਨੇ ਤਿਆਗੀ ਨੇ ਕਿ ਲੋਕ ਰਸਤਾਂ ਦੇ ਗੱਡੇ ਭਰ ਕੇ ਲਿਆਉਂਦੇ ਨੇ, ਪਰ ਆਪ ਜੀ ਇੱਕ ਡੰਗ ਦੀ ਰਸਤ ਲੈਂਦੇ ਨੇ। ਸਿੱਧੀਆਂ ਆਪ ਜੀ ਦੇ ਪਾਵਨ ਮੁਖਾਰਬਿੰਦ ਵੱਲ ਤੱਕਦੀਆਂ ਰਹਿੰਦੀਆਂ ਨੇ। ਇਹ ਕਦ ਸਤਿਗੁਰੂ ਜੀ ਆਗਿਆ ਕਰਨ, ਪਰ ਅਸੀਂ ਸੇਵਾ ਕਰਕੇ ਸਫਲੀਆਂ ਹੋਈ ਹੈ। ਬਾਰਜ ਕਰਦਾ ਹੈ ਸਿੱਧ ਸਨਮੁਖ ਮੁਖ ਜੋਵੈ। ਸਿੱਧੀਆਂ ਮੂੰਹ ਵੱਲ ਵੇਖਦੀਆਂ ਰਹਿੰਦੀਆਂ ਕਿ ਗੁਰੂ ਜੀ ਇਸ਼ਾਰਾ ਹੀ ਕਰਦੇ ਹਨ, ਪਰ ਆਪ ਜੀ ਅੰਗੀਕਾਰ ਨਹੀਂ ਕਰਦੇ। ਹਿਰਦੇ 'ਚ ਪਰਮੇਸ਼ਰ ਵਸਦਾ ਤੇ ਮੁਖੋਂ ਵੀ ਪ੍ਰਭੂ ਦੀ ਪ੍ਰੇਮਾ ਭਗਤੀ ਦੇ ਗੁਣ ਉਚਾਰਨ ਕਰਦੇ ਰਹਿੰਦੇ ਨੇ। ਸਾਧ ਸੰਗਤ ਜੀਓ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਾਇਆ ਨੂੰ ਆਪਣੇ ਤੋਂ 12 ਕੋਹ ਦੂਰ ਰੱਖਿਆ। 12 ਕੋਹ, ਇੱਕ ਕੋਹ ਵਿੱਚ 2 ਮੀਲ ਹੁੰਦੇ ਨੇ, 24 ਮੀਲ ਦੂਰ ਰੱਖਿਆ, ਪਾਸ ਨਹੀਂ ਹੋਣ ਦਿੱਤਾ। ਮੋਤੀ ਦਾ ਮੰਦਰ ਉਸ ਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ, ਮਤ ਦੇਖ ਭੁਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ। ਇਹ ਪਾਵਨ ਸ਼ਬਦ ਇਸ ਗੱਲ ਦਾ ਜਨਾਇਕ ਹੈ ਕਿ ਸਤਿਗੁਰੂ ਜੀ ਨੇ ਕਲਯੁਗ ਦੀ ਭੇਟਾ ਮੋਤੀਆਂ ਦੇ ਮੰਦਰ ਤੇ ਮੋਹਣੀ ਇਸਤਰੀ ਜਿਹੜੀ ਮਣੀ ਦੇ ਤਰ੍ਹਾਂ ਸੁਭਾ ਵਾਲੀ ਤੇ ਸੋਨੇ ਹੀਰੇ ਜੜਤ ਥੜਾ ਬੈਠਣ ਵਾਸਤੇ, ਸਿੱਧਾਂ ਦੀਆਂ ਸਿੱਧੀਆਂ, ਰਾਜਿਆਂ ਦੀਆਂ ਨੌਕਰੀਆਂ, ਇਤਿਆਦਿਕ ਚੀਜ਼ਾਂ ਮਾਇਆ ਦੀ ਕੌਤਕ ਜਾਣ ਕੇ ਤੇ ਕਲਯੁਗ ਦੀਆਂ ਭੇਟਾਂ ਜਾਣ ਕੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮਾਇਆ ਨੂੰ ਆਪਣੇ ਤੋਂ 6 ਕੋਹ ਦੂਰ ਰੱਖਿਆ। ਜੇ ਸੋ ਚੰਦਾ ਉਗਵੈ ਹੈ, ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਦੇ ਵਿੱਚ ਹੀ ਵਿਚਰਦੇ ਰਹੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਭਾਈ ਬਾਲੇ ਪਾਸੋਂ ਕਰਵਾਈ ਅਤੇ ਸੁਣੀ ਤੇ ਪੈੜੇ ਮੁਖੀ ਗੁਰੂ ਲਿਖਵਾਈ। ਮਹਾਨ ਗੁਰਮਤਿ ਦਾ ਪ੍ਰਚਾਰ ਕੀਤਾ। ਜਿੰਨਾ ਰਸਤਬਾਣੀ ਸਭ ਲੰਗਰ ਦੇ ਵਿੱਚ ਵਰਤਾ ਦਿਆ ਕਰਦੇ, ਪਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਦਰਵਾਜ਼ੇ ਤੱਕ ਆਉਣ ਦਿੱਤਾ, ਦਰਵਾਜ਼ੇ ਤੋਂ ਅੱਗੇ ਨਹੀਂ ਆਉਣ ਦਿੱਤਾ। ਇੱਕ ਦਿਨ ਦੇ ਲੰਗਰ ਦੀ ਰਸਤ ਲਿਖਦੇ। ਐਸੇ ਦੀਨ ਦਿਆਲ ਪਾਤਸ਼ਾਹ ਜਿਨ੍ਹਾਂ ਦਾ ਚਿਹਰਾ ਚੰਦਰਮਾ ਦੀ ਤਰ੍ਹਾਂ ਚਮਕਾਰੇ ਮਾਰੇ ਹੈ, ਹਜ਼ਾਰਾਂ ਸੂਰਜ ਵੀ ਅਗਿਆਨ ਦਾ ਹਨੇਰਾ ਦੂਰ ਨਹੀਂ ਕਰ ਸਕਦੇ, ਪਰ ਹੇ ਮਹਾਰਾਜ ਆਪ ਜੀ ਗਿਆਨ ਦਾ ਪ੍ਰਕਾਸ਼ ਕਰਕੇ ਅਗਿਆਨ ਦਾ ਹਨੇਰਾ ਦੂਰ ਕਰਨ ਨੂੰ ਸਮਰੱਥ ਹੋਤੀ ਕਰਦੇ ਹੋ। ਆਪ ਜੀ ਦੇ ਚਰਨ ਐਸੇ ਪਵਿੱਤਰ ਨੇ ਕਿ ਗੁਰਦੁਆਰਾ ਦਮਦਮਾ ਸਾਹਿਬ ਜਿਹੜਾ ਗੋਂਦਵਾਲ ਖਡੂਰ ਸਾਹਿਬ ਦੇ ਰਸਤੇ ਵਿੱਚ ਹੈ, ਜਿੱਥੇ ਢੋਲ ਆ ਕੇ ਗਾਗਰ ਨੂੰ ਟਕਾ ਕੇ ਖੜੇ ਖੜੋਤੇ ਹੀ ਸਾਹ ਲਿਆ ਕਰਦੇ, ਉੱਥੇ ਮੁਰਦੇ ਦੀ ਹੱਡੀ ਚਰਨਾਂ ਨਾਲ ਲੱਗਣ ਤੋਂ ਦੀ ਰੂਹ ਦੀ ਕਲਿਆਣ ਹੋ ਜਾਂਦੀ ਹੈ। ਜਿਹੜੀ ਵੀ ਜੂਨ 'ਚ ਹੁੰਦਾ ਉਹ ਮੁਕਤ ਹੋ ਜਾਂਦਾ ਤੇ ਆ ਕੇ ਧੰਨਵਾਦ ਕਰਕੇ ਜਾਂਦਾ। ਤਾਂ ਹੀ ਭੱਟ ਕਰਦਨ ਕਰਦੇ ਨੇ ਕਿ ਭੱਲੇ ਅਮਰਦਾਸ ਗੁਣ ਤੇਰੀ ਹੁਕਮ ਉਹੀ ਬਣਾ। ਆਪ ਜੀ ਖਿਮਾ ਦੇ ਖਜ਼ਾਨੇ ਨੇ। ਦਾਤੂ ਜੀ ਨੇ ਲੱਤ ਮਾਰੀ ਤਾਂ ਆਪ ਜੀ ਨੇ ਕ੍ਰੋਧ ਨਹੀਂ ਕੀਤਾ। 7 ਵਚਨ ਕਹਿ ਕੇ
श्री गोविंदवाल साहब रातों रात छड़ के अपने पिंड पैणियां वाली कोठे जिथे पहला तप करते रहे, जिथे गुरुद्वारा सन साहब है बासर की गल्लां तो बाहर बार उथे चौकड़ा मार के बैठ गए। फिर बाबा बुढ़ा साहब ने प्रगट किया, एक माई का बच्चा तईए ताप नाल चढ़ाई कर गया, तईए ताप का दुख महाराज सहार नहीं सके। उन्होंने पिंजरे च कैद करके माई का बच्चा उस वक्त ही जिंदा किया, वचन किया जिन्ना चिर असीं इत्थे रहांगे उन्ना चिर कोई भी नहीं मरेगा। त्रेते श्री रामचंद्र ने प्रण किया सी कि माँ प्यो के जीवते किसी का पुत्र नहीं मरेगा, पर एक ब्राह्मण का पुत्र मर गया। उन्हें मरिया पुत्र रामचंद्र के दरवाजे अगे पा के छुरा कढ़ लिया। कह लगा मैं भी अपने कलेजे च मार के मर लगा ही हो, तेरे ते ब्रह्म हत्या का दोष लाऊंगा, नहीं तो मेरा मुंडा जिंदा कर। ये मेरा मुंडा एक संबूक नामे शूद्र खूह च लटके तप कर रहा है, शूद्र भी तेरे राज तप कर रहे ने, इस करके मरे है। तो रामचंद्र ने कुछ ना देखिया, वो बेचारे गरीब शूद्र जिहड़ा भगती कर रहा सी, वो भगती करके गरीब का गला वढ़िया, फिर ब्राह्मण का मुंडा जिंदा किया। पर सतगुरु अमरदास जी ने माई का बच्चा जिंदा करने लई तईए ताप नूं भी झटकाया नहीं, भावें उन्होंने बुरा मन्निया, उन्होंने पिंजरे च फड़ के कैद कर लिया। वो वीर भाई लालो छड़ा के लै गया, पर महाराज ने मारिया किसी को नहीं, शक्ति के नाल जिंदा किया। क्यों सतगुरां दे बराबर दसो कोई हो सकता है? जे कोई कहे भी सिख तो हिंदू ही ने जी, ये साढ़े जो निकले हैं, इन्हों के वड़ वडेरे वेखो लभते कुछ राम जी औलाद ही सन, पर साध संगत जीओ असीं तां गुरुआं दे सिख हाँ, ते श्री गुरु नानक देव जी के सुपुत्र हाँ, जिन्हां दी मर्यादा रहनी बहनी कहनी सब दुनिया के नालों अवतारां दे नालों विशेष है, हर अलग है। इसलिए सिख किसी विचों नहीं निकले, सिख तो जमदा ही सिख है, पहला तो ही सिख है, क्योंकि महाराज ने मर्यादा ही ऐसी समझाई है भी केस नहीं कतल करने, वाहिगुरु का नाम जपना, नाम जपन वाली माता कान च वाहिगुरु कहती है, गुरुद्वारे लिया के मत्था टिकाउंदी है। फिर बच्चा जब थोड़ा बड़ा होंदा फिर सकीदा संगत दे विच बैठीदा, सब कुछ वखरा है। तो इसलिए ये पल पुकार गुरां दा है, लल्ला तक है लवे न को, एक है आप अवर न को। ऐसी महिमा है तीजे पातशाह श्री गुरु अमरदास जी महाराज जी, जो ये श्री मुखवाक सतगुरु अमरदास महाराज ने उचारिया। यदि विद इंज बनी कि गोइंदवाल साहब महाराज सिख संतां नूं भरे दीवान दे विच उपदेश बख्शिश कर रहे सन, तां सिखां ने सतगुरु जी दे कोल 3 प्रश्न कीते। पहला प्रश्न ये सी कि महाराज राज किवें मिले? असीं चाहुंदे हां कि असीं राजे बन जाइए, सारियां दे उपर साडा हुक्म चले। महाराज राज किवें चले, राज किवें मिले जी? साडे अंदर प्रकाश किवें होवे? असीं भी ब्रह्म ज्ञानी बनना चाहुंदे हां जी। जिहड़ा प्रकाश आपने 22 मंजियां वाली गुरसिखां नूं बख्शिया, साडे हिरदे विच किवें होवे? सारियां दे दिलां ते किवें जानीए भाव अंतर जाणता होवे? ये 3 प्रश्न सतगुरु महाराज जी चरणों में होए। इतने प्रश्न सुन के सतगुरु जी परम पत्र उपदेश इंज बख्शिश कर रहे हैं। प्यार नाल आखो सतनाम श्री वाहिगुरु जी। हसते सिर ज्यों अंकस है। ये सूरज की वार का 14वां श्लोक है, तीजे
पातशाह कहते जिवें हाथी का सिर कुंडे हेठ होंदा है इंज सेवा करो, गुरु घर इंज भगती करो जिवें हाथी का सिर कुंडे हेठ होंदा है। हाथी पहला जंगल में आजाद रहिंदा, जो हाथी को पकड़न वाले होंदे उस बड़ा बड़ा टोआ पुट के कानियां की छत पा के कागज की अथनी बना के उपर खड़ी कर देंगे। काम दे वस होया हाथी उस नाल स्पर्श कर नहीं आउंदा ते टोए विच डिग पैंदा। कई दिन भुखा रख के टोए विच ही उन्होंने अपनी बोली सिखा के बाहर कढ़ के राजे पास बेच दिंदे ने। फिर हाथी नूं शेर आदतां दा डर तां भावें नहीं रहिंदा, चंगियां खुराकां खांदा पर अधीन तां हो ही जांदा। इस तरह मन रूप हाथी है, मन कुंचर पाया उदयन देख के रहन वाली उजाड़ है। काल रूप शेर है, शुभ गुणा रूप गीची है। महावत रूप गुरु जी प्रेम रूप हुआ पुट के इस उपर मुक्ति रूप हथनी खड़ी कर देंगे। मन रूप हाथी आके प्रेम रूप टोए च डिग पैंदा। फिर गुरु रूप महावत ज्ञान रूप कुंडे नाल सिक्ख्या दे के राज द्वारा जो सत्संगत है इत्थे पहुँचा देंगे। ब्रह्म विद्या रूप चूरी खवाउंदे, शुभ गुणा रूपी संगल पाउंदे ने, जिहड़े संगल हाथी के भले वास्ते होंदे हन। ये जिहड़ी गुरमती मर्यादा है ये साडे भले की बात है। रह नहीं रह सोई सिख मेरा वो साहिब न उसका चेहरा। पता तो लग ही जाता किसी न किसी को इन्हें गलती की है, बदनामी का कारण बन जाता। एक तो महाराज जी रहत मर्यादा रखने तो बदनामी तो बच जाइदा। दूसरा शरीर सावधान होवे, बंदा गुरु वालों शहीदा वालों भी झूठा नहीं पींदा, पर लोग दे विच भी सजा नहीं मिलती क्यों कई लाभ है। मर्यादा रखनी है तो बड़ी औखी। सारे का जी करता भी खुला खाइए तो जिधर को मर्जी जाइए, जिथे मर्जी बैठिए, सानू कोई रोके टोके ना, साडे ते कोई बंदिश ना होवे। जे दुनिया आनंद लै रही है तो सानू की होया, जो मर्जी खाओ पियो। नॉन वैज बारे ताइयों लोग प्रचार करते हैं कि सानू ऐ कौन रोक सकता, ये चीज़ां बनाइया क्यों नहीं रब ने जे खानिया नहीं। तो इंज उल्टा सीधा सब कुछ करना सबना का जी करता पर नहीं। सतगुरु जी ने पैर च संगल पाए ने, बंदिश पाई है। कुत्ते के मूँह से वेखो शकू होंदा है, जिहड़ा मालक का वफादार होवे कि इधर उधर किते मूँह ना मारे। आ गावां मझां तुरियां फिरदियां ने, कईयां दे पेटां दे विचों प्लास्टिक के लिफाफे निकले। जिहड़े अवैध पशु होंदे ने ते बिना मालक तो होंदे ने, आवारा होंदे ने, वो जो मर्जी खाई पीवी जान फिर वो दुखी होंदे ने। पर जिहड़े मालक दे होण, मालक उन्हां नूं साਂਭ संभाल के रखदा। इंज कबीर कुकर राम को मतिया मेरो ना हो, करे हमारे जेवरी जय खिंचे जाओ। गुरुद्वारे तो मझां दे वाड़े ते भी लिख के लाया होया, मैं डेली पढ़दा जाके। ये गल बड़ी सोचण ते समझण वाली है। गुरुद्वारे के प्रबंधकों ने बड़ा सोहना लिख के लाया, मैनूं बड़ा चंगा लगदा कि जिहड़े गुरुद्वारे के पशु हैं, गुरु घर के डंगर ने, जिन्हां दा दुध पानी लंगर च वरतना, कोई भी ऐरा गैरा बंदा साडे पुछण तो बगैर इन्हां नूं खाण नूं ना दे, क्योंकि वो तो निर्बुद्ध ते बोलण तो रह तो उन्हें तो कुछ कहना नहीं। प्रबंधकों का उत्थे कुंडा है कि साथों पुछण तो बगैर कोई बंदा अंदर नहीं जा सकता, कोई चीज़ नहीं खवा सकता। इसका भी लेना जो मर्जी खवा दे। डंगरां की भी कोई मर्यादा है। आप तो फिर भी इंसान बंदे हाँ, मनुख हाँ। गुरु गोबिंद सिंह जी महाराज की मर्यादा रखनी दसो, जे बंदे नहीं रखणगे तो कौन रखणगे। रह नहीं रह सोई सिख मेरा ओ साहिब मैं उसका चेहरा। रहत बिना न सिख कहावै, रहत बिना दर चोटा खावै।
ਅੰਮ੍ਰਿਤ ਛਕਣਾ ਹੈ ਤਾਂ ਔਖਾ, ਮਰਿਆਦਾ 'ਚ ਨਿਭਣਾ ਹੈ ਤਾਂ ਕਠਿਨ, ਪਰ ਨਿਭਣਾ ਤਾਂ ਪਊਗਾ ਹੀ ਆਪਣੇ ਭਲੇ ਵਾਸਤੇ। ਇਹ ਜਿਹੜਾ ਮਨ ਰੂਪ ਹਾਥੀ ਹੈ ਇਹ ਅਵੈੜਤਾਈਆਂ ਕਰਦਾ ਹੈ, ਉਹ ਇਹਨੂੰ ਰੋਕਣਾ ਪਊਗਾ। ਤੇ ਜੇ ਰੁਕ ਜਾਊਗਾ ਮਹਾਰਾਜ ਦੇ ਕੁੰਡੇ ਨਾਲ ਤਾਂ ਫਿਰ ਪ੍ਰਭੂ ਇਹਦੇ ਤੇ ਆਪ ਸਵਾਰੀ ਕਰੇਗਾ। ਇਸ ਤਰ੍ਹਾਂ ਫਿਰ ਇਹਨੂੰ ਕਾਲ ਰੂਪੀ ਸ਼ੇਰ ਦਾ ਡਰ ਨਹੀਂ ਰਹੂਗਾ ਜੰਗਲ ਦੇ ਵਿੱਚ, ਤੇ ਨਿਰਭੈ ਹੋ ਕੇ ਸਰੂਪ ਰੂਪੀ ਰਾਜ ਦਾ ਆਨੰਦ ਮਾਣਦਾ ਹੈ। ਕਿ ਉਹ ਰਾਜ ਕਿਵੇਂ ਮਿਲੇ? ਆਪਾਂ ਰੌਲਾ ਪਾਉਂਦੇ ਹਾਂ ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਪਰ ਖਾਲਸਾ ਹੈ ਕੌਣ? ਖਾਲਸਾ ਕੋਈ ਬਣਿਆ ਹੈ? ਜੇ ਖਾਲਸਾ ਹੋਏਗਾ ਤਾਂ ਹੀ ਰਾਜ ਕਰੇਗਾ। ਜੇ ਸਾਰਿਆਂ 'ਚ ਹੀ ਰਲਿਆ ਮਿਲਿਆ ਰਿਹਾ ਖਾਲਸਾ ਰਿਹਾ ਹੀ ਨਾ, ਤੇ ਰਾਜ ਕੌਣ ਕਰੂਗਾ? ਖਾਲਸਾ ਹੈ ਕੌਣ? ਅਕਾਲ ਪੁਰਖ ਪੜ੍ਹ ਕੇ ਵੇਖੋ, ਆਤਮ ਰਸ ਜੇ ਜਾਣਹੀਂ ਸੋ ਹੈ ਖਾਲਸ ਦੇਵ। ਆਇਆ ਆਤਮਾ ਦਾ ਰਸ ਸਾਨੂੰ, ਕਹਿੰਦੇ ਆਤਮਿਕ ਰਸ ਜਾਣਨ ਵਾਲਾ ਹੀ ਰਾਜ ਕਰ ਸਕਦਾ ਹੈ। आत्म रस जे जाने सो है खालस देव, प्रभु में मोह में तास में रंचक भेव। सो खालस नामे शुद्ध साडे मन दे विच तां हज़ारां मैलां ने। काम दी मैल है, क्रोध दी मैल है, लोभ दी मैल है, हंकार दी मैल। फिर आपां किधरों खालसा हो गए बई? रौला तां पाउंदे आ भी राज करांगे, पर नहीं, गल नहीं बनदी। जे सचमुच ही आप गुरबाणी को गुरु मानते हैं, कभी पढ़िए भी तो विचारिए भी। मारे कहते जे राज करना तो मन रूपी हाथी को ज्ञान के कुंडे काबू करना पऊगा। वो कुंडा गुरु गोबिंद सिंह का होना चाहिए है। महाराज ने कहा है जो हमरी फुल रहत सो रखे, गुरबाणी रस नित उठ जाके, मैं ताके सद रहो सहायक, दुख विघ्न सगले दिन कायक। जो सिर दे जिवें लोहार दी एरन अपना सिर हथौड़े हेठ दिंदी है, वो सटा सहारी जाती है। लोहार लोग एरन उपर अनेक शस्त्र कटते हैं, पर वो डोल टिकी रही, डोलती नहीं। इस प्रकार बुद्धि नूं एरन बना लवे ਅਤੇ ਵੇਦਾਂ ਦੇ ਬਚਨਾਂ ਨੂੰ ਹਥੌੜੇ ਪੈਣ ਤੋਂ ਡੋਲਣ ਨਾ ਦੇਵੇ। ਕੋਈ ਵੀ ਪਖੰਡੀ ਗੁਰੂ ਦਾ ਚੇਲਾ ਆ ਕੇ ਕਹੇ ਵੀ ਚੱਲ ਸਾਡੇ ਗੁਰੂ ਕੋਲ, ਮੈਂ ਤੈਨੂੰ ਗਿਆਨ ਦਿੰਦਾ, ਕਿਸੇ ਦੇ ਕੋਲ ਨਾ ਜਾਏ, ਡੋਲੇ ਨਾ। ਪਰ ਜਿੱਥੇ ਵੇਦਾਂ ਸ਼ਾਸਤਰਾਂ 'ਚ ਨਾਨਾ ਪ੍ਰਕਾਰ ਦੀ ਉਪਾਸਨਾ ਦਾ ਕਥਨ ਹੈ, ਉਹ ਪੜ੍ਹ ਸੁਣ ਕੇ ਨਾਨਾ ਤਰ੍ਹਾਂ ਦੀ ਉਪਾਸਨਾ ਜੀ ਨਾ ਲੱਗ ਜਾਏ। ਗੁਰੂ ਘਰ ਛੱਡ ਕੇ ਤੇ ਇੱਧਰ ਉੱਧਰ ਨਾ ਭਟਕੇ, एक अकाल पुरख की ही उपासना करे। इस तरह बुद्धि को अचल रखने करके साध संगत जी प्रकाश हो जाता। एवं प्रकाश नहीं होंगे। गुरु साहब परख करते हैं, जोड़ा परख पूरा उतरे। कबीर कसौटी राम के झूठा टिके न गोए, राम कसौटी सो सह जो मर्जी वार होए। सो फिर प्रकाश होता है। ये दूजे सवाल का उत्तर है। मान तन आगे रख के, जिवें हाथी दा सिर कुंडे हेठ ते एरन अपना सिर हथौड़े हेठ दिंदी है, इवें ही जग्यासु होना चाहिए कि सतगुरां दे अगे अपना मन अते तन रख के पाप मन दी मत छड्डे। क्योंकि गुरां दा हुक्म है, जिन गढ़ कोट किए कंचन के, छोड़ गया सो रावण, आहे की जत है मन भावन। क्यों मन भावनियां करदा भाई? मनमत करनी छड्ड के मन विच गुरमत धारनी कर। मन अरखों तन रखों आगे, मन की मत मोहे सगल त्यागी। इस तरह मन गुरां दी भेटा कर ते शरीर उपर गुरां दी रसी रहत मर्यादा रख। गुर सिख मीत चलो गुर चाली, जो गुर कह सोई भर मानो, हर हर कथा निराली। जिहड़ा बंदा अमृत छक के गलतियां करदा, शहीद सिंह उहदे सिर 'च जुत्तियां मारदे ने, माफ करदा। जिन्हों सुधारना होवे, जिन्हों रब ने सोच लिया भी नरकां 'च पाउणा, उहदी गल नहीं आपां करदे।
ਸੋ ਸੁਪਨੇ ਦੇ ਵਿੱਚ ਵੀ ਬੰਦਾ ਗਲਤੀ ਕਰਕੇ ਪਛਤਾਉਂਦਾ ਹੈ। ਇਹਨਾਂ ਸ਼ਹੀਦਾਂ ਦਾ ਪਹਿਰਾ ਹੈ। ਸੱਚਖੰਡ ਹਜੂਰ ਸਾਹਿਬ ਤਾਂ ਮੈਂ ਵੇਖਿਆ ਇਹ ਮਾੜਾ ਮੋਟਾ ਢਿੱਲਾ ਮੱਠਾ ਬੰਦਾ ਦਰਸ਼ਨ ਜੁੜ ਅੱਗੇ ਨਹੀਂ ਲੰਘ ਸਕਦਾ। ਹੇਮਕੁੰਟ ਸਾਹਿਬ ਵੀ ਕਈਆਂ ਬਾਬਤ ਸੁਣਿਆ ਕਿ ਉਹ ਚੜ੍ਹਾਈ ਨਹੀਂ ਚੜ੍ਹ ਸਕੇ। तो इंज गुरु महाराज ने जिन्हों सुधारना है ਉਹਦੇ ਸਿਰ ਤੇ ਕੁੰਡਾ ਰੱਖਦਾ ਹੈ। ਭਾਵੇਂ ਸੱਟ ਲੱਗੇ ਤੇ ਭਾਵੇਂ ਦਰਦ ਹੋਏ, ਜੋ ਮਰਜ਼ੀ ਹੋਏ, ਭਾਵੇਂ ਔਖਾ ਹੋਏ, ਚੀਕਾਂ ਨਿਕਲਣ, ਇਹ ਬਿਮਾਰੀਆਂ ਜੋ ਵੀ ਹਨ, ਦੁੱਖ ਨੇ। ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਇੱਕ ਰੱਬ ਦੀ ਦਾਤ ਹੈ। ਆਪਾਂ ਕਹਿੰਦੇ ਵੀ ਮਾੜਾ ਹੋਇਆ ਜੀ, ਸਾਨੂੰ ਬੁਖਾਰ ਕਿਉਂ ਚੜ ਗਿਆ ਜੀ, ਕਹਿੰਦੇ ਕੀਤਿਆਂ ਦੁੱਖ ਭੋਗ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਕਿਉਂ? ਕਿਉਂਕਿ ਬੰਦਾ ਸੁਧਰ ਜਾਂਦਾ ਹੈ। ਕੋਈ ਸੱਟ ਵੱਜੀ ਤੋਂ ਮਨ ਟਿਕਾਣੇ ਆ ਜਾਂਦਾ ਹੈ। ਜਿਹੜੇ ਕਮਲੇ ਨੇ ਉਹਨੂੰ ਕਰੰਟ ਲਾਉਂਦੇ ਨੇ, ਕਰੰਟ ਲਾ ਕੇ ਡਾਕਟਰ ਠੀਕ ਕਰਦੇ ਨੇ। ਤੋ ਇੰਜ ਜੇ ਕੋਈ ਦੁੱਖ ਕਲੇਸ਼ ਆਇਆ, ਕੀਮਤਾਂ ਮਹਾਰਾਜ ਨੇ ਸੁਧਾਰ ਨਹੀਂ ਦਿੱਤਾ। ਜੇ ਉਹ ਮਾਰ ਵੀ ਮਾਰਦੇ ਨੇ, ਜੇ ਕੋਈ ਝਿੜਕੀ ਤਾਂ ਮਿੱਠਾ ਲੱਗਦਾ, ਜੇ ਬਖਸ਼ੀ ਤਾਂ ਗੁਰ ਵਡਿਆਈ। ਇਸ ਵਾਸਤੇ ਮਰਿਆਦਕ ਬਹੁਤ ਉੱਤਮ ਦਾਤ ਹੈ। ਬਾਣੀ ਪੜ੍ਹੀ ਦਾ, ਨਾਮ ਜਪੇ ਦਾ ਲਾਭ ਤਾਂ ਹੀ ਹੈ ਜੇ ਆਪਾਂ ਮਰਿਆਦਾ ਦੇ ਵਿੱਚ ਰਹਾਂਗੇ। ਸੋ ਇਸ ਤਰ੍ਹਾਂ ਸੋ ਸਤਿਗੁਰੂ ਮਹਾਰਾਜ ਕਹਿੰਦੇ ਹਨ ਕਿ ਆਗਿਆ ਮੰਨ ਕੇ ਅੰਮ੍ਰਿਤ ਛਕ ਕੇ ਪੰਜਾਂ ਕਾਰਾਂ ਦੀ ਰਹਿਤ ਰੱਖੋ ਬਈ। ਉਪਹੇ ਸੇਵ ਕਰੇ, ਫਿਰ ਖੜੀ ਭਾਵ ਸਮਾਹਤ ਚਿੱਤ ਹੋ ਕੇ ਉਤਸ਼ਾਹ ਅਤੇ ਸਾਵਧਾਨਤਾ ਦੇ ਨਾਲ ਸੇਵਾ ਕਰੇ। ਕਿਉਂਕਿ ਬਿਨ ਸੇਵਾ ਤੇ ਹੱਥ ਪੈਰ ਉਹ ਨਿਫਲ ਕਰਨੀ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਦਰਸ਼ਨ ਪਾਈ ਹੈ। ਜੇ ਸੇਵਾ ਨਹੀਂ ਕਰਾਂਗੇ ਤਾਂ ਫਿਰ ਦਰਗਾਹ ਦੇ ਵਿੱਚ ਸਾਨੂੰ ਬੈਠਣਾ ਨਹੀਂ ਮਿਲੇਗਾ। ਗੁਰ ਸੇਵਾ ਤਪਾ ਸਿਰ ਤਪਸਾਰ, ਸਭ ਤੋਂ ਵੱਡਾ ਤਪ ਕਲਯੁਗ ਦਾ ਗੁਰੂ ਘਰ ਦੀ ਸੇਵਾ ਹੈ। ਗੁਰ ਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ, ਗੁਰਮੁਖਾਂ ਤੇ ਸਾਧ ਸੰਗਤ ਦੀ ਸੇਵਾ ਹੀ ਮਹਾਰਾਜ ਅਕਾਲ ਪੁਰਖ ਦੀ ਸੇਵਾ ਹੈ। ਕਈ ਵਾਰ ਸਾਡੀ ਮਾਨਸਿਕ ਸਥਿਤੀ ਨੁਕਸ ਕੱਢਣ ਵਾਲੀ ਹੋ ਜਾਂਦੀ ਹੈ ਕਿ ਇੱਥੇ ਇੰਜ ਕਿਉਂ ਨਹੀਂ ਹੋਇਆ, ਆਹ ਨਹੀਂ ਕੀਤਾ, ਇਸ ਤਰ੍ਹਾਂ ਨਹੀਂ ਹੋਇਆ। ਜੇ ਕੋਈ ਪੁੱਛੇ ਭਾਈ ਤੂੰ ਖੁਦ ਆਪ ਕਰ ਲੈ, ਕਿਉਂਕਿ ਸਾਰਿਆਂ ਦਾ ਇੱਕੋ ਜਿਹਾ ਅਧਿਕਾਰ ਹੈ। ਇਸ ਲਈ ਜਿਹੜਾ ਸੰਗਤ ਦੀ ਸੇਵਾ ਹੈ ਇਹ ਭਲਿਆ ਹੈ। 5 ਵਾਰ ਗੰਗ ਜਾਏ, ਵਾਰ 5 ਭਾਗ ਨਾਏ, ਐਸਾ ਪੁੰਨ ਇੱਕ ਗੁਰਸਿੱਖ ਕੋ ਨਵਾਏਗਾ। ਪੁਰਾਤਨ ਗੁਰਸਿੱਖ ਇੱਕ ਦੂਜੇ ਦੀ ਸੇਵਾ ਕਰਕੇ ਖੁਸ਼ੀ ਲੈਂਦੇ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਗੁਰ ਖੇ, ਅਸੁਮੇਧ ਜਗ ਫਲ ਸਿੱਖ ਕੋ ਜਵਾਏਗਾ। ਇੱਕ ਘੁੱਟ ਪਾਣੀ ਪਿਲਾਉਣ ਦਾ, जैसे सत मंदिर कंचन के अनुसार दीने, ऐसा पुन सिख को एक शब्द सिखाएगा। जैसे 20 बार दर्शन साध किया काहूँ, तैसा फल सिख को चाप मग सवाएगा। सो ऐसी सेवा है, पर हुए निष्कामता दे नाल सेवा करते हुए निकामी, इसको और प्राप्त स्वामी। क्यों खड़ी समाहत चित होगी सेवा। जिमें बाबा अतर सिंह जी पास कर्नल नंद सिंह आया, उन्होंने क्या हवा बड़ी तेज चल रही है, ये छाया बीन की छाया बाण की चोप में हथ पा के रख। तो भाई नंद सिंह जी सारी रात चोप में हथ पा के खड़ा रहा से। भाई मंज सिर ते रखना रख के खूह दे विच खड़ा रहा। काबल वाली माई देखो गोंदवाल साहब अपने पति दी रोटियां पका के ते बच्चे नूं दुध पिला के ते फिर आके सेवा करन आउंदी। ਉਹਦੇ ਨਾਮ ਤੇ ਮਾਈ ਸੇਵਾ ਦਾ ਬਾਜ਼ਾਰ ਬਣਿਆ ਹੋਇਆ। ਭਾਈ ਬਹਿਲੋ ਜਿਨ੍ਹਾਂ ਨੇ ਸਰੋਵਰ ਦੀ ਸੇਵਾ ਕੀਤੀ, ਮਨ ਨੇ ਆਖਿਆ ਭਾਈ ਬਹਿਲੋ ਸਭ ਤੋਂ ਪਹਿਲੋਂ। ਜਿੰਨੀ ਗੰਦਗੀ ਕੂੜਾ ਕਰਕਟ ਸਭ ਅੱਗ 'ਚ ਪਾ ਕੇ ਇੱਟਾਂ ਪਕਾਉਂਦੇ। ਤੁਹਾਨੂੰ ਬਾਬਾ ਵਿਧੀ ਚੰਦ ਨੇ ਵੇਖੋ ਘੋੜੇ ਲਿਆਉਂਦੇ, ਦੁਸ਼ਾਲੇ ਲਿਆਂਦੇ। ਭਾਈ ਜੈਤਾ ਜੀ ਨੇ ਨਾਵੇਂ ਪਾਤਸ਼ਾਹ ਦਾ ਸੀਸ ਲਿਆਂਦਾ। ਭਾਈ ਬਾਹ ਸਿੰਘ ਨੇ ਮੈਦਾਨੇ ਜੰਗ 'ਚ ਬਦਾਵਾ ਪੜਾਇਆ। ਮਾਝੇ ਦੀ ਟੁੱਟੀ ਸਿੱਖੀ ਕਢਾਈ।
ਸੋ ਇਸ ਤਰ੍ਹਾਂ ਆਪਾ ਮੇੜ ਕੇ ਗੁਰਮੁਖ ਬਣ ਕੇ ਸੇਵਾ ਕੀਤੀ ਹੈ। ਸਭਨਾਂ ਦੇ ਮਨਾਂ ਦੀਆਂ ਗੱਲਾਂ ਜਾਣਨ ਲੱਗ ਪਈਦਾ ਹੈ। ਇਸ ਤਰ੍ਹਾਂ ਦੀ ਰਹਿਣੀ ਗੁਰਸਿੱਖਾਂ ਵਾਲੀ ਰਿਹਾ ਕਰੋ। ਓ ਗੁਰਮੁਖ ਆਪ ਨਿਵਾਰੀਆਂ, ਇੰਜ ਗੁਰਾਂ ਦੁਆਰੇ ਆਪਾ ਹੰਕਾਰ ਨੂੰ ਨਿਵਰਤ ਕਰੀਏ। ਸਭ ਰਾਜ ਸ੍ਰਿਸ਼ਟ ਕਾਲੇ, ਤਾਂ ਫਿਰ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਪ੍ਰਾਪਤ ਕਰ ਲਈਦਾ, ਯੰਤਰ ਜਾਮਤਾ ਪ੍ਰਾਪਤ ਕਰ ਲਈਦੀ। ਕਿਉਂਕਿ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ ਤੇ ਰਾਜ ਨਹੀਂ ਕੀਤਾ। ਲੋਕਾਂ ਦਾ ਭੁਲੇਖਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਰਾਜ ਕੀ ਕਰ ਗਿਆ 40 ਸਾਲ। ਵੇਖੋ 40 ਸਾਲ ਤਾਂ ਘਰ ਦੇ ਨਹੀਂ ਮੰਨਦੇ। ਹੋਰ ਦੱਸੋ, ਏਡੇ ਵੱਡੇ ਪੰਜਾਬ ਤੇ ਰਾਜ ਕਰ ਜਾਣਾ। ਉਹਨੇ ਲੋਕਾਂ ਦੇ ਮਨਾਂ ਤੇ ਰਾਜ ਕੀਤਾ, ਯਾਨੀ ਦੁਨੀਆ ਦਾ ਮਨ ਜਿੱਤਿਆ ਗਰੀਬ ਗੁਰਬਿਆਂ ਦੀ ਸੇਵਾ ਕਰਕੇ। ਇੰਜ ਜਿਹੜਾ ਨਾਮ ਜਪਦਾ ਸੇਵਾ ਕਰਦਾ ਉਹੀ ਰਾਜਾ ਹੈ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ। ਵਸਤਾ ਟੂਟੀ ਚੌਂਕੜੀ ਚੀਰ ਸਭ ਛਿੰਨਾ, ਜਾਤ ਨਾ ਬਾਤ ਨਾ ਆਦਰੋ ਉਦਿਆਨ ਪਰਮਿੰਨਾ। ਮਿੱਤਰ ਨਾ ਇਠ ਤਨ ਰੂਪਹੀਨ ਤੇ ਸਾਖ ਨਾ ਸਿੰਦਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜਿਸ ਕੀ ਤੂੜ ਮਨ ਉਦਰ ਮਨ ਹੋਏ ਸੋ ਪ੍ਰਭ ਹੋਏ ਸੋ ਪ੍ਰਸੰਨਾ। ਵਾਹਿਗੁਰੂ ਦੀ ਖੁਸ਼ੀ ਵੀ ਇਸੇ ਗੱਲ ਵਿੱਚ ਹੈ, ਕਿਉਂਕਿ ਰਾਜਾ ਨਾਮ ਹੈ ਰੱਜੇ ਦਾ। ਜਿਹੜਾ ਤ੍ਰਿਸ਼ਨਾ ਦਾ ਮਾਰਿਆ ਉਹ ਤਾਂ ਭੁੱਖਾ ਹੈ। ਇਸ ਲਈ ਤ੍ਰਿਸ਼ਨਾ ਬੁਝਾ ਹਰ ਕਾ ਨਾਮ ਜਪਣ ਵਾਲਾ ਰਾਜਾ ਹੈ। ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਉਹ ਪ੍ਰਤੱਖ ਵੀ ਰਾਜ ਲੈ ਲੈਂਦਾ। ਜਿਵੇਂ ਇੱਕ ਲੜਕੇ ਕਸ਼ਮੀਰ 'ਚ ਸਤਿਗੁਰੂ ਨਾਨਕ ਦੇਵ ਜੀ ਨੂੰ ਫੁੱਲਾਂ ਚੁਬਾਈਆਂ ਤੇ ਮਹਾਰਾਜ ਪ੍ਰਸੰਨ ਹੋ ਕੇ ਗਿਆ ਸੀ। ਸੱਥਰ ਤੇਰਾ ਲੇਫ ਨਿਹਾਲੀਏ, ਭਾਵ ਤੇਰਾ ਪਕਵਾਨ ਨਾਨਕ ਸਿਫਤੀ ਰਜਿਆ। ਆਓ ਬਹੁ ਸੰਤਾਨ ਉਹ ਦਿਨ ਚੜ੍ਹਨ ਤੱਕ ਰਾਜਾ ਬਣ ਗਿਆ ਸੀ। ਨਾਨਕ ਗੁਰਮੁਖ ਬੁੱਝੀਆ, ਸਤਿਗੁਰੂ ਜੀ ਕਥਨ ਕਰਦੇ ਨੇ ਜੇ ਵਾਹਿਗੁਰੂ ਆਪੇ ਨਦਰ ਕਰੇ, ਆਪ ਕਿਰਪਾ ਦ੍ਰਿਸ਼ਟੀ ਕਰੇ ਤਾਂ ਗੁਰਾਂ ਦੁਆਰੇ ਇਹ ਕੁਝ ਸਮਝ ਸਕਦਾ ਹੈ। ਨਹੀਂ ਤਾਂ ਸਿਰ ਦੇ ਉੱਪਰ ਦੀ ਲੰਘਦੀਆਂ ਜਾਂਦੀਆਂ, ਸਮਝ ਨਹੀਂ ਆਉਂਦੀ। ਜੇ ਗੁਰੂ ਦੀ ਸ਼ਰਨ ਆਵਾਂਗੇ ਤਾਂ ਗੁਰੂ ਜੀ ਕਿਰਪਾ ਦੀ ਨਜ਼ਰ ਕਰਕੇ ਸਾਰੀਆਂ ਭੁੱਖਾਂ ਮੇੜ ਦੇਣਗੇ। ਮਹੱਲਾ ਤੀਜਾ। ਸ੍ਰੀ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਹਨ। ਜਿਨ ਗੁਰਮੁਖ ਨਾਮ ਧਿਆਇਆ, ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਵਾਹਿਗੁਰੂ ਨਾਮ ਨੂੰ ਧਿਆਇਆ। ਆਏ ਤੇ ਪਰਵਾਨ, ਆਉਂਦੇ ਸਾਰੇ ਨੇ ਪਰ ਆਇਆ ਉਹਨਾਂ ਦਾ ਭਗਵਾਨ ਇੱਕ ਭਾਵ ਸਫਲ ਹੈ। ਆਇਆ ਤਿਨਕਾ ਸਫਲ ਭਇਆ ਹੈ। ਇੱਕ ਮਨ ਤਨੇ ਧਿਆਇਆ, ਆਇਆ ਸਫਲ ਤਾਹੂ ਕੋ ਗਣੀਐ। ਜਾਸ ਰਸਨ ਹਰ ਹਰ ਜਸ ਬਣੀਐ। ਨਾਨਕ ਕੁਲ ਉਦਾਰਹਿ ਆਪਣਾ, ਸਤਿਗੁਰੂ ਜੀ ਕਥਨ ਕਰਦੇ ਕਿ ਗੁਰਮੁਖ ਪਿਆਰੇ ਆਪਣੇ ਕੁਲ ਨੂੰ ਵਿਤਾਰ ਲੈਂਦੇ ਹਨ। ਦਰਗਹਿ ਪਾਵਹਿ ਮਾਣ, ਦਰਗਾਹ ਦੇ ਵਿੱਚ ਵੀ ਆਦਰ ਮਾਣ ਪਾਉਂਦੇ। ਜਿਹੜੇ ਗੁਰਮੁਖ ਬਣ ਕੇ ਨਾਮ ਜਪਦੇ ਉਹ ਆਪਣੀਆਂ ਗੁਣਾਂ ਦਾ ਹੀ ਨਹੀਂ ਬਲਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰ ਦਿੰਦੇ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੀਨ ਸਿਰਠਾ। ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ। ਕੋਈ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ। ਜਿਵੇਂ ਜਹਾਜ਼ ਸਵਾਰੀਆਂ ਸਮੇਤ ਲੋਹਾ ਪਸ਼ੂ ਹੋਰ ਸਮਾਨ ਪਾਰ ਲਗਾ ਦਿੰਦਾ, ਇਸ ਤਰ੍ਹਾਂ ਨਾਮ ਦੇ ਜਹਾਜ਼ ਤੇ ਚੜ੍ਹ ਕੇ ਸਭ ਪਾਰ ਹੋ ਜਾਂਦੇ ਹਨ। ਪੌੜੀ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਪ੍ਰਮਾਣ ਕਰਦੇ ਨੇ, ਕਿਉਂਕਿ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਜੂਆ ਤੇ ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹ ਦੀਆਂ ਨੇ। ਗੁਰਮੁਖ ਸਖੀਆਂ ਸਿੱਖ, ਗੁਰਮੁਖ ਸਿੱਖਾਂ ਨੂੰ ਸਖੀਆਂ ਗੁਰੂ ਮਿਲਾਈਆ। ਉਹਨਾਂ ਨੇ ਆਪ ਪਤੀ ਪਰਮੇਸ਼ਰ ਨਾਲ ਮਨਾਈਆਂ ਨੇ। ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ। ਹਰ ਦਰਗਹਿ ਪਹਿਨਾਈਆਂ, ਹਰਿ ਆਪ ਗਰਨਾਈਆਂ। ਹਰ ਦੁਆਰੇ ਖਰੀਆਂ ਦਰਸ਼ਨ ਕਰੀਆਂ।
ਨਾਨਕ ਗੁਰ ਮਿਲੀਆਂ ਬਹੁਰ ਨਾ ਫਿਰੀਆਂ। ਏਕਾ ਸੇਵਕ ਗੁਰ ਪਾਸ, ਇੱਕ ਸੇਵਕ ਗੁਰਾਂ ਦੇ ਪਾਸ ਬੈਠ ਕੇ ਸੇਵਾ ਕਰਦੇ ਨੇ, ਜੋ ਕਿ ਭਾਈ ਗੁਰਦਾਸ ਸਾਹਿਬ ਜੀ ਵਰਗੇ। ਏਕਾ ਗੁਰ ਕਾਰ ਲਾਈਆ, ਤੇ ਇੱਕ ਨੂੰ ਹਰ ਵਕਤ ਗੁਰੂ ਮਹਾਰਾਜ ਨੇ ਆਪਣੀ ਕਾਰ ਸੇਵਾ ਚ ਲਾਇਆ ਹੋਇਆ ਹੈ। ਬਾਬਾ ਬੁੱਢਾ ਜੀ ਜਿਤਨਾ ਪੈੜੀਆਂ ਦੀ ਕਾਰ ਸੇਵਾ ਕਰਦੇ, ਜਾਂ ਭਾਈ ਗੜੀਆ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਕਸ਼ਮੀਰ ਸਿੱਖੀ ਦੇ ਪ੍ਰਸਾਰ ਵਾਸਤੇ ਭੇਜਿਆ, ਕਿਉਂ ਕਾਰ ਸੇਵਾ ਗਰਾਊਂਡ ਚ ਲਾਇਆ ਹੋਇਆ। ਜਿਵੇਂ ਭਾਈ ਗੋਂਦਾ ਜੀ ਨੂੰ ਗੁਰੂ ਹਰਿ ਸਾਹਿਬ ਨੇ ਕਾਬਲ ਚ ਕਾਰ ਸੇਵਾ ਗਰਾਊਂਡ ਲਈ ਭੇਜਿਆ ਸੀ, ਕਿ ਉੱਥੇ ਜਾ ਕੇ ਸਿੱਖੀ ਦਾ ਉਹਨੇ ਪ੍ਰਚਾਰ ਕੀਤਾ। ਜਿਹਨੇ ਮਹਾਰਾਜ ਦੇ ਚਰਨ ਪਕੜ ਲਏ ਤੇ ਸਾਰੀ ਦਿਹਾੜੀ ਵੇਖੋ ਬੈਠਾ ਰਿਹਾ ਸੀ। ਇਹੋ ਜਿਹੇ ਗੁਰਮੁਖ ਇੱਕ ਬਾਬਾ ਬੁੱਢਾ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਰੱਖ ਕੇ ਕਾਰ ਸੇਵਾ ਚਲਾਇਆ, ਇੱਕ ਪ੍ਰਚਾਰ ਵਾਸਤੇ ਬਾਹਰ ਉਗਰਾਹੀ ਕਰਨ ਲਈ ਕਾਰ ਸੇਵਾ ਲਈ ਭੇਜਿਆ ਹੋਇਆ ਹੈ। ਜਿਨ੍ਹਾਂ ਗੁਰ ਪਿਆਰਾ ਮਨ ਚੇਤਾ, ਜਿਨ੍ਹਾਂ ਦੇ ਮਨ ਚਿੱਤ ਚ ਗੁਰੂ ਜੀ ਪਿਆਰੇ ਲੱਗੇ ਹਨ। ਨਾ ਪਾਓ ਗੁਰੂ ਦੇਵਾਈਆ, ਗੁਰਾਂ ਨੇ ਪਰਮੇਸ਼ਰ ਪਾਸੋਂ ਪ੍ਰੇਮੀਆਂ ਗਿਆਨ ਦਿਵਾਇਆ ਹੈ, ਜਾਂ ਜਿਨ੍ਹਾਂ ਦੇ ਮਨ ਚ ਪਿਆਰਾ ਗੁਰੂ ਵਸਦਾ, ਉਹਨਾਂ ਨੂੰ ਗੁਰੂ ਜੀ ਕਿਰਪਾ ਕਰਕੇ ਚਿੱਤ ਵਿੱਚ ਪ੍ਰਕਾਸ਼ ਦੇ ਦਿੰਦੇ ਨੇ। ਗੁਰ ਸਿੱਖਾਂ ਇੱਕੋ ਪਿਆਰ, ਗੁਰੂ ਦਾ ਸਿੱਖਾਂ ਦੇ ਪੁੱਤਰਾਂ ਦੇ ਵਿੱਚ ਗੁਰ ਮਿੱਤਾ ਪੁੱਤਾਂ ਭਾਈਆ, ਮਿੱਤਰਾਂ ਪੁੱਤਰਾਂ ਤੇ ਸਿੱਖਾਂ 'ਚ ਇੱਕੋ ਜਿਹਾ ਪਿਆਰ ਹੈ। ਭਾਵ ਸਿੱਖਾਂ ਦੇ ਨਾਲੋਂ ਪੁੱਤਰਾਂ ਨੂੰ ਚੰਗਾ ਨਹੀਂ ਸਮਝਦੇ। ਜੇ ਚੰਗਾ ਸਮਝਦੇ ਹੁੰਦੇ ਫਿਰ ਕੁਰਬਾਨ ਕਿਉਂ ਕਰਦੇ। ਗੁਰ ਸਤਿਗੁਰ ਬੋਲਹੁ ਸਭ, ਇਸ ਲਈ ਤੁਸੀਂ ਸਾਰੇ ਮਿਲ ਕੇ ਪੂਜਨੀਕ ਸਤਿਗੁਰਾਂ ਦੇ ਜਸ ਨੂੰ ਬੋਲੋ। ਗੁਰ ਆਖ ਗੁਰੂ ਜੀਵਾਈਆ, ਜੋ ਪੁਰਸ਼ ਗੁਰਾਂ ਦੇ ਜਸ ਨੂੰ ਆਖਦੇ ਨੇ, ਉਹਨਾਂ ਨੂੰ ਗੁਰਾਂ ਨੇ ਪਰਮੇਸ਼ਰ ਦੀ ਤਰਫ ਜਗਾਉਣਾ ਕੀਤਾ ਹੈ। ਬਾਕੀ ਸਭ ਮਰਿਆਂ ਦੀ ਗਿਣਤੀ ਚ ਨੇ, ਕਿਉਂਕਿ ਆਖਾ ਜੀਵਾ ਦਸਣਾ ਮਰ ਜਾਓ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਿਨ੍ਹਾਂ ਨੇ ਨਾਮ ਨੂੰ ਜਪਿਆ ਗੁਰਾਂ ਦੁਆਰਾ, ਉਹਨਾਂ ਨੂੰ ਮਨ ਨੇ ਜਿਉਂਦੇ ਕਰ ਦਿੱਤਾ, ਆਤਮ ਗਿਆਨ ਦੇ ਦਿੱਤਾ ਹੈ। ਫਿਰ ਉਹ ਨਜ਼ਰੀ ਨਜ਼ਰ ਨਿਹਾਲ ਹੋ ਕੇ ਉਹਨਾਂ ਚੁੱਕਾ ਮਾਫ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੇ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾ ਪੁੱਤਾਂ ਭਾਈਆ, ਗੁਰ ਸਤਿਗੁਰ ਬੋਲੋ ਸਭ, ਗੁਰ